ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਸਰਦਾਰ ਭਗਤ ਸਿੰਘ ਦੇ ਜਨਮ ਦਿਨ ਦੇ ਦਿਨ ਨੇ ਇਹਨਾਂ ਦਿਨਾਂ ਵਿੱਚ ਯਾਨੀ ਕਿ 28 ਸਤੰਬਰ ਨੂੰ ਉਹਨਾਂ ਦਾ ਜਨਮ ਦਿਨ ਹੁੰਦਾ ਹੈ ਤੇ ਇਸ ਵੇਲੇ ਇਕੱਲਾ ਪੰਜਾਬ ਹੀ ਨਹੀਂ, ਪੂਰਾ ਮੁਲਕ ਸੰਘਰਸ਼ਾਂ ਦੇ ਪਿੜ ਵਿੱਚ ਨਿਤਰਿਆ ਹੋਇਆ ਹੈ। ਵੱਖ ਤਰ੍ਹਾਂ ਦੇ ਸੰਘਰਸ਼ ਚੱਲ ਰਹੇ ਨੇ। ਅਸਲ ਵਿੱਚ 2020 ਚੜ੍ਹਦਿਆਂ ਹੀ ਪੰਜਾਬ ਸੰਘਰਸ਼ਾਂ ਦੇ ਬੂਥੇ ਆ ਗਿਆ ਸੀ। ਪੰਜਾਬ ਨਹੀਂ, ਪੂਰਾ ਮੁਲਕ ਹੀ ਸੰਘਰਸ਼ਾਂ ਦੇ ਬੂਥੇ ਆ ਗਿਆ ਸੀ। ਤੇ ਇਹੋ ਜਿਹੇ ਦੌਰ ਵਿੱਚ ਜਦੋਂ ਵਿਸ਼ਵ ਭਰ ਵਿੱਚ ਸਿਆਸਤ ਵੱਡਾ ਮੋੜਾ ਕੱਟ ਗਈ ਹੋਵੇ ਅਤੇ ਲੋਕਾਂ ਦੇ ਭਲੇ ਤੋਂ ਫਿਰ ਗਈ ਹੋਵੇ, ਮੁੱਕਰ ਗਈ ਹੋਵੇ, ਇਹੋ ਜਿਹੇ ਦੌਰ ਵਿੱਚ ਭਗਤ ਸਿੰਘ ਹੋਰਾਂ ਦੀ ਸਾਰਥਕਤਾ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ, ਉਹਨਾਂ ਦੇ ਵਿਚਾਰਾਂ ਦੀ ਸਾਰਥਕਤਾ। ਅਤੇ ਇਸ ਸੰਬੰਧ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਮਾਣੂਕੇ ਨਾਲ। ਕਰਮਜੀਤ ਮਾਣੂਕੇ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ, ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਕਰਮਜੀਤ ਜੀ, ਤੁਸੀਂ ਕਿਉਂਕਿ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਦੇ ਮੈਂਬਰ ਹੋ ਤੇ ਅਜਿਹੇ ਵਿੱਚ ਕਿਉਂਕਿ ਤੁਸੀਂ ਇਹ ਸਭਾ ਉਹਨਾਂ ਵੇਲਿਆਂ ਚ ਸਰਦਾਰ ਭਗਤ ਸਿੰਘ ਹੋਰਾਂ ਨੇ ਬਣਾਈ ਸੀ, ਕਾਇਮ ਕੀਤੀ ਸੀ, ਹਨਾ? ਤੇ ਤੁਸੀਂ ਉਸ ਨਾਲ ਜੁੜੇ ਹੋਏ ਹੋ, ਉਸ ਜਥੇਬੰਦੀ ਨਾਲ ਜੁੜੇ ਹੋਏ ਹੋ ਤੇ ਇਸ ਕਰਕੇ ਤੁਸੀਂ ਉਹਦੀ ਵਿਚਾਰਧਾਰਾ ਤੋਂ ਵੱਧ ਪ੍ਰਭਾਵਿਤ ਵੀ ਹੋਵੋਗੇ ਤੇ ਉਹਦੀ ਵਿਚਾਰਧਾਰਾ ਨੂੰ ਲੈ ਕੇ ਤੁਸੀਂ ਆਪਣਾ ਰਾਹ ਵੀ ਤਲਾਸ਼ਦੇ ਹੋ ਤੇ ਹੋਰਾਂ ਲਈ ਰਾਹ ਦਸੇਰੇ ਵੀ ਬਣਦੇ ਹੋ। ਇਹੋ ਜਿਹੇ ਦੌਰ ਵਿੱਚ ਤੁਸੀਂ ਕੀ ਸਾਰਥਕਤਾ ਸਮਝਦੇ ਹੋ ਭਗਤ ਸਿੰਘ ਹੋਰਾਂ ਦੀ? ਸਭ ਤੋਂ ਪਹਿਲੀ ਗੱਲ, ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਪੰਜਾਬ ਦੀ ਜਵਾਨੀ ਨੂੰ ਤੇ ਪੂਰੇ ਮੁਲਕ ਦੀ ਜਵਾਨੀ ਜਿਹੜੀ ਅੱਜ ਸੰਘਰਸ਼ਾਂ ਦੇ ਪਿੜਾਂ ਦੇ ਵਿੱਚ ਆ, ਉਹਨੂੰ ਮੁਬਾਰਕਬਾਦ ਦਿੰਦੇ ਆ ਕਿ ਬਹੁਤ ਸ਼ੁਭ ਸ਼ਗਨ ਆ ਕਿ ਸੰਘਰਸ਼ ਦੇ ਮੈਦਾਨ 'ਚ ਜਵਾਨੀ ਵੀ ਜਿਹੜੀ ਉਹ ਨਿਤਰੀ ਹੈ। ਦੂਸਰੀ ਗੱਲ, ਸ਼ਹੀਦ ਆਜਮ ਸਰਦਾਰ ਭਗਤ ਸਿੰਘ ਹੋਰਾਂ ਦੀ ਬਣਾਈ ਹੋਈ ਜਥੇਬੰਦੀ ਸਾਡੀ ਨੌਜਵਾਨ ਭਾਰਤ ਸਭਾ ਲਗਾਤਾਰ ਉਹਨਾਂ ਦੀ ਸੋਚ ਤੇ ਉਹਨਾਂ ਦੀ ਵਿਚਾਰਧਾਰਾ ਤੇ ਪਹਿਰਾ ਦਿੰਦੀ ਹੋਈ ਪੰਜਾਬ 'ਚ ਕੰਮ ਕਰ ਰਹੀ ਹੈ। ਸਾਰਥਕਤਾ ਦੀ ਜੇ ਗੱਲ ਕਰੀਏ ਤਾਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਹੋਰਾਂ ਨੇ ਆਪਦੇ ਸਮਿਆਂ ਦੇ ਵਿੱਚ ਦੋ ਤਿੰਨ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਰੱਖੀਆਂ ਸੀਗੀਆਂ। ਸਭ ਤੋਂ ਪਹਿਲੀ ਗੱਲ, ਉਹਨਾਂ ਨੇ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਲੜਦੇ ਹੋਏ ਇੱਕ ਨਾਅਰਾ ਦਿੱਤਾ ਸੀ ਸਾਡੇ ਮੁਲਕ ਨੂੰ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਇਨਕਲਾਬ ਜਿੰਦਾਬਾਦ ਦਾ ਮਤਲਬ ਕਿ ਸਾਡੇ ਮੁਲਕ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਤਬਦੀਲੀ ਆਰਥਿਕ, ਰਾਜਨੀਤਿਕ ਔਰ ਸਮਾਜਿਕ ਤੌਰ ਤੇ ਉਹਦੀ ਲੋੜ ਆ। ਉਹ ਤਬਦੀਲੀ ਹੋਣ ਜਿੰਨਾ ਸਮਾਂ ਨਹੀਂ ਹੁੰਦੀ, ਉਹਨਾਂ ਸਮਾਂ ਸਾਡੇ ਮੁਲਕ ਦਾ ਜਿਹੜਾ ਬਿਹਤਰ ਸਮਾਜ ਆ ਉਹ ਨਹੀਂ ਬਣ ਸਕਦਾ ਗਾ। ਔਰ ਦੂਸਰਾ, ਉਹਨਾਂ ਨੇ ਇਸ ਇਨਕਲਾਬ ਨੂੰ ਜਿਉਂਦਿਆਂ ਰੱਖਣ ਵਾਸਤੇ, ਇਸ ਇਨਕਲਾਬ ਦੇ ਨਾਅਰੇ ਨੂੰ ਅੱਗੇ ਲੈ ਕੇ ਜਾਣ ਵਾਸਤੇ ਬਹੁਤ ਸਾਰੀਆਂ ਲਿਖਤਾਂ ਵੀ ਜਿਹੜੀਆਂ ਆਪਦੇ ਹੱਥੀਂ ਲਿਖ ਕੇ ਸਾਡੇ ਵਾਸਤੇ ਛੱਡ ਕੇ ਗਏ ਆ। ਦੂਸਰਾ, ਉਹਨਾਂ ਨੇ ਜਿਹੜਾ ਨਾਅਰਾ ਦਿੱਤਾ ਸੀ ਸਾਮਰਾਜਵਾਦ ਮੁਰਦਾਬਾਦ ਦਾ। ਸਾਮਰਾਜ ਜਿਹੜਾ ਉਸ ਟਾਈਮ ਤੇ ਪੂਰੇ ਸੰਸਾਰ ਦੇ ਵਿੱਚ ਤਰਥੱਲੀ ਮਚਾ ਰਿਹਾ ਸੀਗਾ, ਔਰ ਉਹਦੇ ਖਿਲਾਫ ਭਗਤ ਸਿੰਘ ਹੋਰਾਂ ਨੇ ਜਦੋਂ ਰਸ਼ੀਆ ਦਾ ਬਹੁਤ ਵੱਡਾ ਆਗੂ ਮਹਾਨ ਲੈਨਨ, ਉਹਨੂੰ ਉਹਨਾਂ ਦੇ ਜਨਮ ਦਿਨ ਤੇ ਮੁਬਾਰਕਬਾਦ ਭੇਜੀ ਔਰ ਲਿਖਦਿਆਂ ਮੁਬਾਰਕਬਾਦ ਭੇਜੀ ਕਿ ਜਿਹੜੇ ਕਾਰਜ ਦੇ ਵਿੱਚ ਤੁਸੀਂ ਜੁਟੇ ਹੋਏ ਹੋ, ਜੋ ਤੁਸੀਂ ਆਪਣੇ ਮੁਲਕ ਦੇ ਵਿੱਚ ਮਜ਼ਦੂਰਾਂ ਕਿਸਾਨਾਂ ਦਾ ਰਾਜ ਲਿਆਉਣ ਦੀ ਲੜਾਈ ਲੜ ਰਹੇ ਹੋ, ਅਸੀਂ ਇਹਦੇ ਵਾਸਤੇ ਤੁਹਾਨੂੰ ਸ਼ੁਭ ਕਾਮਨਾਵਾਂ ਭੇਟ ਕਰ ਸਕਦੇ ਹਾਂ। ਇਹ ਗੱਲ ਜਿਹੜੀ ਇਸ ਗੱਲ ਵੱਲ ਸੰਕੇਤ ਕਰਦੀ ਹੈ ਕਿ ਸਾਡਾ ਸ਼ਹੀਦ ਨਾ ਇੱਕ ਪਿੰਡ ਦਾ, ਨਾ ਇੱਕ ਸ਼ਹਿਰ ਦਾ, ਨਾ ਇੱਕ ਜ਼ਿਲ੍ਹੇ ਦਾ, ਨਾ ਕਿ ਇੱਕ ਸਟੇਟ ਦਾ ਸ਼ਹੀਦ ਸੀਗਾ, ਉਹਦੇ ਇੰਟਰਨੈਸ਼ਨਲ ਪੱਧਰ ਦੇ ਸਰੋਕਾਰ ਸੀਗੇ। ਪੂਰੇ ਕੌਮਾਂਤਰੀ ਪੱਧਰ ਤੇ ਕੀ ਵਾਪਰ ਰਿਹਾ ਸੀ, ਭਗਤ ਸਿੰਘ ਇਹਨੂੰ ਬਹੁਤ ਨੇੜਿਓਂ ਵਾਚ ਰਿਹਾ ਸੀਗਾ। ਜੇ ਅਸੀਂ ਅੱਜ ਦੇ ਸਮੇਂ ਇਹਨਾਂ ਦੋਵੇਂ ਗੱਲਾਂ ਦੀ ਸਾਰਥਕਤਾ ਦੀ ਗੱਲ ਕਰ ਲਈਏ ਤਾਂ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਬਦਜਨ ਹੋ ਗਏ ਆ ਲੋਕ ਸਾਰੀਆਂ ਪੁਰਾਣੀਆਂ ਪਾਰਟੀਆਂ ਤੋਂ, ਤੇ ਜਿਹੜਾ ਇੱਕ ਸਿਆਸੀ ਖਲਾਅ ਪੰਜਾਬ ਦੇ ਵਿੱਚ ਦਿਖਾਈ ਦੇ ਰਿਹਾ, ਇਸ ਸਿਆਸੀ ਖਲਾਅ ਨੂੰ ਭਰਨ ਵਾਸਤੇ ਬਹੁਤ ਸਾਰੀਆਂ ਪਾਰਟੀਆਂ ਚਾਹੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲੈ ਕੇ ਆਈਆਂ। ਅੱਜ ਉਹਦੇ ਨਾਅਰੇ ਨੂੰ, ਕੀ ਨਾਅਰੇ ਦਾ ਸੰਦੇਸ਼ ਸੀਗਾ, ਉਹਨੂੰ ਅੱਜ ਵੀ ਲੋਕਾਂ ਤੱਕ ਲੈ ਕੇ ਜਾਣ ਦੀ ਪੂਰੀ ਸਾਰਥਕਤਾ। ਜੇ ਅੱਜ ਅਕਾਲੀ, ਭਾਜਪਾ, ਕਾਂਗਰਸੇ ਤੋਂ ਲੋਕ ਔਖੇ ਹੋ ਚੁੱਕੇ ਆ ਤਾਂ ਕਈ ਰੰਗ ਬਿਰੰਗੀਆਂ ਨਵੀਆਂ ਪਾਰਟੀਆਂ ਵੀ ਆ ਕੇ ਲੋਕਾਂ ਨੂੰ ਇਸ ਸਿਆਸੀ ਖਲਾਅ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀਆਂ। ਪਰ ਇੱਥੇ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਸੀਗਾ ਕਿ ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦੀ, ਇੱਕ ਜੋਕਾਂ ਦੀ। ਜਿਹੜੀ ਮੇਨ ਸਟ੍ਰੀਮ ਪੋਲਿਟਿਕਸ ਹੋ ਰਹੀ ਆ ਸਾਡੇ ਪੰਜਾਬ ਦੇ ਵਿੱਚ, ਚਾਹੇ ਉਹ ਪੁਰਾਣੀ ਪਾਰਟੀ ਹੋਵੇ, ਚਾਹੇ ਉਹ ਕਿਸੇ ਨਵੀਂ ਪਾਰਟੀ ਦੇ ਨਾਮ ਤੇ ਆ ਕੇ ਲੋਕਾਂ 'ਚ ਕੰਮ ਕਰ ਰਹੀ ਹੋਵੇ, ਉਹ ਇੱਕ ਧੜੇ ਦੇ ਨਾਲ ਖੜੇ ਆ
ਔਰ ਇਹਨਾਂ ਦਾ ਇਨਕਲਾਬ ਦੇ ਨਾਅਰੇ ਨਾਲ ਕੋਈ ਸਰੋਕਾਰ ਨਹੀਂ ਗਾ। ਅੱਜ ਵੀ ਭਗਤ ਸਿੰਘ ਦੇ ਉਸ ਨਾਅਰੇ ਦੀ ਸਾਰਥਕਤਾ ਨੂੰ ਸਮਝਾਉਂਦੇ ਹੋਏ ਜਵਾਨੀ ਨੂੰ, ਪੰਜਾਬ ਦੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਡੇ ਸਮਾਜ ਦੇ ਵਿੱਚ ਆਰਥਿਕ ਜਿਹੜੀ ਕਾਣੀ ਵੰਡ ਆ ਉਸੇ ਪੱਧਰ ਤੇ ਆ। ਦੇਸ਼ ਦੇ ਹਾਕਮਾਂ ਦਾ ਆਪਦਾ ਡਾਟਾ ਬੋਲਦਾ ਕਿ 73% ਦੌਲਤ 1% ਲੋਕਾਂ ਕੋਲੇ ਇਕੱਠੀ ਹੋ ਚੁੱਕੀ ਹੈ, ਤੇ ਸਾਡੇ ਸ਼ਹੀਦ ਨੇ ਆਰਥਿਕ ਤਬਦੀਲੀ ਦੀ ਗੱਲ ਕੀਤੀ ਸੀਗੀ ਜਿਹੜੀ ਕਿ ਹਜੇ ਤੱਕ ਨਹੀਂ ਹੋਏਗੀ। ਉਹਨਾਂ ਨੇ ਲਿਖਿਆ ਕਿ ਸਮਾਜਿਕ ਭੇਦਭਾਵ, ਸਮਾਜਿਕ ਜੋ ਲੋਕਾਂ ਨਾਲ ਧੱਕਾ ਹੁੰਦਾ ਜਾਤ ਦੇ ਨਾਂ ਤੇ, ਧਰਮ ਦੇ ਨਾਂ ਤੇ, ਉਹਨੂੰ ਖਤਮ ਕਰਨ ਦੀ ਲੋੜ ਆ। ਸਾਡੇ ਸ਼ਹੀਦ ਨੇ ਆਪਦੇ ਜਿਉਂਦੇ ਜੀ ਲਿਖਤਾ ਸੀਗਾ ਕਿ ਧਰਮ ਦੇ ਨਾਂ ਤੇ ਅੰਗਰੇਜ਼ ਜੋ ਸਿਆਸਤ ਕਰ ਰਹੇ ਆ। 13 ਅਪ੍ਰੈਲ 1919 ਨੂੰ ਜਿਹੜੀ ਗੋਲੀ ਅੰਗਰੇਜ਼ਾਂ ਨੇ ਜਲਿਆਂਵਾਲੇ ਬਾਗ 'ਚ ਚਲਾਈ ਸੀਗੀ, ਉਹ ਗੋਲੀ ਇਸੇ ਗੱਲ ਕਰਕੇ ਚਲਾਈ ਕਿਉਂਕਿ ਜਲਿਆਂਵਾਲੇ ਬਾਗ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਸਾਰੇ ਭਾਈਚਾਰੇ ਦੇ ਲੋਕ ਇਕੱਠੇ ਹੋਏ ਸੀਗੇ। 9 ਅਪ੍ਰੈਲ 1919 ਨੂੰ 4-5 ਦਿਨ ਪਹਿਲਾਂ ਗੋਲੀ ਚੱਲਣ ਤੋਂ ਰਾਮ ਨਵਮੀ ਦਾ ਤਿਉਹਾਰ ਸੀਗਾ ਔਰ ਮੁਸਲਮਾਨਾਂ ਨੇ ਹਿੰਦੂ ਵੀਰਾਂ ਨੂੰ ਛਬੀਲਾਂ ਪਿਆਈਆਂ ਸੀਗੀਆਂ। ਇਹ ਜਿਹੜੀ ਏਕਤਾ ਹੈ ਅੰਗਰੇਜ਼ਾਂ ਨੂੰ ਪਰੇਸ਼ਾਨ ਕਰਦੀ ਸੀ। ਡਿਵਾਈਡ ਐਂਡ ਰੂਲ ਦੀ ਪਾਲਿਸੀ ਨੂੰ ਅੱਗੇ ਤੋਰਦੇ ਹੋਏ ਉਹਨਾਂ ਨੇ ਗੋਲੀ ਚਲਾਈ ਇਸ ਏਕਤਾ ਨੂੰ ਭੰਗ ਕਰਨ ਵਾਸਤੇ। ਔਰ ਸਾਡੇ ਸ਼ਹੀਦ ਨੇ ਲਿਖਿਆ ਸੀਗਾ ਕਿ ਇੰਟਰਨੈਸ਼ਨਲ ਪੱਧਰ ਤੇ ਜਿਹੜੇ ਵਿਦਿਆਰਥੀ ਆ ਉਹ ਇੰਟਰਨੈਸ਼ਨਲ ਪੱਧਰ ਦੀ ਸਿਆਸਤ ਬਾਰੇ ਸੋਚਦੇ ਆ। ਬੇਰੁਜ਼ਗਾਰੀ ਕਿਵੇਂ ਖਤਮ ਹੋਣੀ ਆ, ਰੈਵੋਲੂਸ਼ਨ ਕਿਵੇਂ ਹੋਣਾ, ਸਾਡੇ ਸਮਾਜ ਦੇ ਵਿੱਚ ਜਿਹੜੀ ਸਟੇਟ ਆ ਉਹ ਮਜ਼ਦੂਰਾਂ ਕਿਸਾਨਾਂ ਦੇ ਹੱਥ 'ਚ ਕਿਵੇਂ ਆਉਣੀ ਹੈ, ਇਹਦੇ ਬਾਰੇ ਸੋਚਦੇ ਆ। ਪਰ ਅਸੀਂ ਕੀ ਸੋਚਦੇ ਆ, ਅਸੀਂ ਸਾਡਾ ਮਿਆਰ ਬਹੁਤ ਹੇਠਲੇ ਪੱਧਰ ਦਾ। ਅਸੀਂ ਕੀ ਸੋਚਦੇ ਆ, ਜੇ ਪਿੱਪਲ ਦੀ ਟਾਹਣੀ ਟੁੱਟ ਜੇ ਤਾਂ ਹਿੰਦੂਆਂ ਨੂੰ ਇਹ ਲੱਗਦਾ ਕਿ ਮੁਸਲਮਾਨਾਂ ਨੇ ਕੀਤਾ, ਤੇ ਜਿੰਨਾ ਸਮਾਂ ਉਹਨਾਂ ਦੀ ਖੂਨ ਨਾਲ ਹੋਲੀ ਨਹੀਂ ਖੇਡ ਦਿੰਦੇ ਉਹਨਾਂ ਸਮਾਂ ਉਹਨਾਂ ਦੇ ਮਨ ਨੂੰ ਚੈਨ ਨਹੀਂ ਆਉਂਦਾ ਗਾ। ਇਸੇ ਤਰ੍ਹਾਂ ਜੇ ਹਜ਼ਰਤ ਮੁਹੰਮਦ ਸਾਹਿਬ ਦਾ ਕਾਗਜ਼ ਦਾ ਪੁਤਲਾ, ਉਹਦੀ ਨੁੱਕਰ ਵੀ ਟੁੱਟ ਜੇ ਤਾਂ ਉਹ ਮੁਸਲਮਾਨਾਂ ਨੂੰ ਇਹ ਲੱਗਦਾ ਕਿ ਇਹ ਕੰਮ ਕਾਫਰ ਹਿੰਦੂਆਂ ਦਾ ਹੀ ਹੋਊਗਾ। ਔਰ ਇਸ ਸਮਾਜ 'ਚ ਪਈ ਫਿਰਕਾ ਪ੍ਰਸਤੀ ਨੂੰ, ਨਫ਼ਰਤ ਨੂੰ ਅੰਗਰੇਜ਼ ਵਧਾਉਂਦੇ ਹੋਏ ਮੰਦਿਰਾਂ ਦੇ ਬਾਹਰ ਗਾਵਾਂ ਵੱਢ ਕੇ ਸਿੱਟਦੇ ਸੀਗੇ ਔਰ ਮਸਜਿਦਾਂ ਦੇ ਬਾਹਰ ਸੂਰ ਵੱਢ ਕੇ ਸਿੱਟਦੇ ਸੀਗੇ। ਔਰ ਜੇ ਸਾਡੇ ਸ਼ਹੀਦ ਨੇ ਇਹਦੇ ਖਿਲਾਫ ਲਿਖਿਆ, ਇਸ ਭੇਦਭਾਵ ਦੇ ਖਿਲਾਫ, ਦੰਗੇ ਫਸਾਦਾਂ ਦੇ ਖਿਲਾਫ ਲੜਨ ਦੀ ਉਹਨੇ ਸਾਨੂੰ ਜਿਹੜੀ ਸੇਧ ਦਿੱਤੀ ਹੈ, ਉਹਦੀ ਸਾਰਥਕਤਾ ਅੱਜ ਵੀ ਸਾਡੇ ਸਮਾਜ ਦੇ ਵਿੱਚ ਹੈ। ਅੱਜ ਵੀ ਸਾਡੇ ਸਮਾਜ ਦੀ ਜਿਹੜੀ ਨੈਸ਼ਨਲ ਪੱਧਰ ਦੀ ਪੋਲਿਟਿਕਸ ਆ ਉਹ ਇਹਨਾਂ 2-3 ਮੁੱਦਿਆਂ ਦੇ ਆਲੇ ਦੁਆਲੇ ਘੁੰਮ ਰਹੀ ਹੈ। ਇਲੈਕਸ਼ਨ ਲੜਨ ਤੋਂ ਪਹਿਲਾਂ ਸਾਡੇ ਮੁਲਕ ਦੀ ਮੋਦੀ ਹਕੂਮਤ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ, ਕੋਈ ਵਾਅਦਾ ਪੂਰਾ ਨਹੀਂ ਕੀਤਾਗਾ। ਹਾਂ, ਇਸ ਮੁਲਕ ਦਾ ਬਹੁਗਿਣਤੀ ਹਿੰਦੂ ਵੋਟ ਬੈਂਕ ਆਪਦੇ ਵਾਲੇ ਪਾਸੇ ਭੁਗਤਾਉਣ ਵਾਸਤੇ ਰਾਮ ਮੰਦਿਰ ਦਾ ਵਾਅਦਾ, ਟ੍ਰਿਪਲ ਤਲਾਕ ਖਤਮ ਕਰਨ ਦਾ ਵਾਅਦਾ, ਹੋਰ ਜਿਹੜੇ ਜਿੰਨੇ ਵਾਅਦੇ ਸੀ ਜਿਨ੍ਹਾਂ ਨਾਲ ਫਿਰਕਾ ਪ੍ਰਸਤੀ ਵੱਧਦੀ ਸੀ ਸਾਡੇ ਸਮਾਜ ਦੀ, ਉਹਨੂੰ ਲਗਾਤਾਰ ਉਹ ਅੱਗੇ ਤੋਰ ਰਹੇ ਆ। ਇਹ ਭਾਰਤ ਦੀ ਸੋ ਕਾਲਡ ਡੈਮੋਕ੍ਰੇਸੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਵਾਪਰ ਰਿਹਾ ਕਿ ਸਾਡੇ ਮੁਲਕ ਦੀ ਸਰਕਾਰ ਨੇ ਸ਼ਰੇਆਮ ਇੱਕ ਧਰਮ ਦੇ ਖਿਲਾਫ ਜਾ ਕੇ ਤੇ ਦੂਸਰੇ ਧਰਮ ਦੀ ਪਿੱਠ ਪੂਰਦੇ ਹੋਏ ਰਾਮ ਮੰਦਿਰ ਦਾ ਖੁਦ ਜਾ ਕੇ ਨੀਂਹ ਪੱਥਰ ਰੱਖਿਆ ਹੋਵੇ। ਔਰ ਸਾਡੇ ਸਮਾਜ 'ਚ ਗਾਂ ਦੇ ਮਾਰੇ ਜਾਣ ਤੇ ਕਤਲ ਹੋ ਰਹੇ ਆ। ਸਾਡੇ ਸਮਾਜ ਦੇ ਵਿੱਚ ਜੈ ਸ਼੍ਰੀ ਰਾਮ ਦੇ ਜੇ ਕੋਈ ਨਾਅਰੇ ਨਹੀਂ ਲਾਉਂਦਾਗਾ ਉਹਦੇ ਕਤਲ ਕੀਤੇ ਜਾ ਰਹੇ ਆ, ਤੇ ਜੇ ਕੋਈ ਬੋਲਦਾ ਉਮਰ ਖਾਲਿਦ ਵਰਗਾ ਉਹਨਾਂ ਨੂੰ ਜਾ ਕੇ ਝੂਠੇ ਮੁਕੱਦਮਿਆਂ 'ਚ ਜੇਲ੍ਹਾਂ 'ਚ ਕੈਦ ਕੀਤਾ ਜਾ ਰਿਹਾ। ਔਰ ਭਗਤ ਸਿੰਘ ਨੇ ਇਹ ਗੱਲ ਜਿਉਂਦੇ ਜੀ ਲਿਖਤੀ ਸੀਗੀ, ਇਸ ਕਰਕੇ ਉਹਦੀ ਸਮਾਜਿਕ ਤਬਦੀਲੀ ਦਾ ਕਾਰਜ ਅਜੇ ਵੀ ਅਧੂਰਾ ਔਰ ਇਹਨੂੰ ਸਮਝਣ ਦੀ ਲੋੜ ਆ, ਇਹਦੀ ਪੂਰੀ ਸਾਰਥਕਤਾ ਬਣਦੀ ਹੈ। ਤੀਸਰਾ, ਉਹਨਾਂ ਨੇ ਰਾਜਨੀਤਿਕ ਤੌਰ ਤੇ ਆਜ਼ਾਦੀ ਦੀ ਗੱਲ ਕੀਤੀ ਸੀਗੀ। ਸਾਡੇ ਪਾਰਲੀਮੈਂਟ ਦੇ ਵਿੱਚ ਭਾਵੇਂ ਉਹ ਵਿਧਾਨ ਸਭਾ, ਭਾਵੇਂ ਲੋਕ ਸਭਾ, ਰਾਜ ਸਭਾ, ਉੱਥੇ ਜਿੰਨੇ ਵੀ ਸੋ ਕਾਲਡ ਲੋਕਾਂ ਦੇ ਨੁਮਾਇੰਦੇ ਬੈਠੇ ਆ ਉਹ ਜਾਂ ਤਾਂ ਕੋਈ ਅਰਬਾਂ ਰੁਪਈਪਤੀ ਆ ਤੇ ਜਾਂ ਕੋਈ ਕਰੋੜਾਪਤੀ ਆ। ਸਾਡੇ ਮੁਲਕ ਦੀ 80% ਤੋਂ ਵੱਧ ਜਿਹੜੀ ਜਨਤਾ ਹੈਗੀ ਆ ਉਹ ਡੇਲੀ 20 ਤੋਂ 25 ਰੁਪਏ ਜਿਹੜੇ ਸਰਕਾਰ ਦੇ ਆਪਦੇ ਅੰਕੜੇ ਆ ਉਹਦੇ ਨਾਲ ਗੁਜ਼ਾਰਾ ਕਰਨ ਵਾਸਤੇ ਮਜਬੂਰ ਆ। ਫਿਰ ਅਸੀਂ ਇਹਨੂੰ ਕਿਵੇਂ ਕਹਿ ਸਕਦੇ ਹਾਂ ਸਿਆਸੀ ਤੌਰ ਤੇ ਤਬਦੀਲੀ, ਸਿਆਸੀ ਤੌਰ ਤੇ ਆਜ਼ਾਦੀ ਕਿਵੇਂ ਕਹਿ ਸਕਦੇ ਹਾਂ ਕਿ ਜੇ ਤੁਸੀਂ ਇਸ ਮੁਲਕ ਦੇ ਭੁੱਖੇ ਨੰਗੇ ਲੋਕਾਂ ਦੇ ਨੁਮਾਇੰਦੇ ਆ ਤਾਂ ਤੁਹਾਡੀ ਹਾਲਤ ਵੀ ਉਹੀ ਹੋਣੀ ਚਾਹੀਦੀ ਆ। ਪਰ ਉਹਨਾਂ ਦੇ ਕੱਪੜੇ ਹੋਰ ਆ, ਉਹਨਾਂ ਦਾ ਘਰ-ਬਾਰ ਹੋਰ ਆ, ਉਹ 20 ਸਬਜ਼ੀਆਂ ਨਾਲ ਰੋਟੀ ਖਾਣ ਵਾਲੇ ਆ, ਉਹਨਾਂ ਦਾ ਜਿਹੜਾ ਕੱਪੜਿਆਂ ਦਾ ਸਟਾਈਲ ਆ, ਉਹਨਾਂ ਦੇ ਐਨਕਾਂ, ਉਹਨਾਂ ਦਾ ਮੋਬਾਈਲ, ਉਹਨਾਂ ਦਾ ਪੈਨ ਤੱਕ ਲੱਖਾਂ ਰੁਪਈਆਂ ਦਾ ਹੈਗਾ, ਤਾਂ ਕਿਵੇਂ ਕਹਿ ਸਕਦੇ ਆ ਕਿ ਉਹ ਲੋਕਾਂ ਦੇ ਨੁਮਾਇੰਦੇ ਆ। ਇਹਨੂੰ ਸਿਆਸੀ ਆਜ਼ਾਦੀ ਨਹੀਂ ਕਿਹਾ ਜਾ ਸਕਦਾਗਾ। ਸਾਡੇ ਮੁਲਕ ਦੇ ਵਿੱਚ ਕੁਛ ਕੁ ਜਿਹੜੇ ਮੁੱਠੀ ਭਰ ਵੱਡੇ ਸਰਮਾਏਦਾਰ ਪੂੰਜੀਪਤੀ ਆ ਉਹ ਉਹਨਾਂ ਦੇ ਨੁਮਾਇੰਦੇ ਆ, ਨਾ ਕਿ ਗਰੀਬ ਜਨਤਾ ਦੇ ਨੁਮਾਇੰਦੇ ਆ। ਔਰ ਇਹੀ ਗੱਲ ਭਗਤ ਸਿੰਘ ਨੇ ਜੀ। ਹਾਂ, ਮੈਂ ਤੁਹਾਨੂੰ ਇੱਥੇ ਟੋਕਣਾ ਚਾਹਾਂਗੀ ਕਰਮਜੀਤ ਕਿ ਜਿਹੜੇ ਵੇਲੇ ਭਗਤ ਸਿੰਘ ਹੋਰੀ ਹੋਏ ਨੇ ਉਸ ਵੇਲੇ ਤੁਸੀਂ ਵੀ ਆਖਿਆ ਕਿ ਆਪਾਂ ਸਾਰੇ ਜਾਣਦੇ ਹਾਂ, ਇਤਿਹਾਸ ਤੋਂ ਜਾਣੂ ਆ ਕਿ ਉਸ ਵੇਲੇ ਜਿਹੜਾ ਵਿਗਾੜ ਸੀਗੇ ਸਮਾਜ ਵਿੱਚ, ਕੌਮਾਂਤਰੀ ਪੱਧਰ ਤੇ ਬਹੁਤ ਵਿਗਾੜ ਸੀਗੇ, ਤੇ ਜਿਹੜਾ ਤੁਸੀਂ ਉਸ ਵੇਲੇ ਆਪਾਂ ਸਰਮਾਏਦਾਰੀ ਕਹਿੰਦੇ ਸਾਂ, ਸਾਮਰਾਜਵਾਦ ਕਹਿੰਦੇ ਸੀ, ਤੇ ਇਸ ਵੇਲੇ ਉਹ ਕਾਰਪੋਰੇਟ ਸੰਸਾਰ ਹੈ,
ਮਲਟੀਨੇਸ਼ਨਲ ਕੰਪਨੀਆਂ ਨੇ ਜਿਹੜੀਆਂ ਚਲਾਉਂਦੀਆਂ ਨੇ ਸੰਸਾਰ ਨੂੰ, ਤੇ ਉਹ ਆਰਥਿਕ ਕਾਣੀ ਵੰਡ ਅਜੇ ਵੀ ਉਵੇਂ ਜਿਵੇਂ ਹੈ। ਤੇ ਆਪਾਂ ਇਹ ਕਿਵੇਂ ਕਹਿ ਲਈਏ ਕਿ ਭਗਤ ਸਿੰਘ ਦੀ ਵਿਚਾਰਧਾਰਾ ਤਾਂ ਹੈ ਸਾਡੇ ਕੋਲੇ, ਤੇ ਉਹਨਾਂ ਨੂੰ ਪੜ੍ਹਿਆ ਵੀ ਜਾਂਦਾ ਹੈ, ਅਸੀਂ ਉਹਨਾਂ ਨੂੰ ਨਾਇਕ ਵੀ ਮੰਨਦੇ ਹਾਂ ਆਪਣਾ। ਤੇ ਇਸ ਵੇਲੇ ਜੋ ਭਾਰਤ ਵਿੱਚ ਉਹਨਾਂ ਦੀ ਸੋਚ ਨੂੰ ਲੈ ਕੇ ਚੱਲ ਰਹੀਆਂ ਕੁਝ ਲੋਕ ਪੱਖੀ ਤਾਕਤਾਂ ਨੇ, ਉਹ ਇੰਨਾ ਪਛੜ ਕਿਉਂ ਗਈਆਂ ਬਰਾਬਰਤਾ ਲਿਆਉਣ ਵਿੱਚ? ਕਿਉਂਕਿ 70 ਸਾਲ ਤਾਂ ਮੁਲਕ ਨੂੰ, ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਸੋ ਕਾਲਡ ਆਜ਼ਾਦੀ ਹੈ ਨਾ, ਮੁਲਕ ਨੂੰ ਆਜ਼ਾਦ ਹੋਇਆ ਹੋ ਗਏ 70 ਸਾਲ ਤੋਂ ਵੱਧ ਸਮਾਂ, ਤੇ ਫਿਰ ਇੰਨਾ ਸਮਾਂ ਉਹਨਾਂ ਦੀ, ਇਹਦਾ ਮਤਲਬ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਦਿਲੋਂ ਨਹੀਂ ਅਪਣਾਇਆ ਭਗਤ ਸਿੰਘ ਹੋਰਾਂ ਦੀ ਨੂੰ? ਮੈਂ ਇਸੇ ਵੱਲ ਪਾਸੇ ਆ ਰਿਹਾ ਸੀਗਾ। ਇੱਕ ਤਾਂ ਇਹ ਜਿਹੜਾ ਨਾਰਾ ਜਿਹੜਾ ਮੈਂ ਤੁਹਾਡੇ ਸਾਹਮਣੇ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਨਕਲਾਬ ਜਿੰਦਾਬਾਦ, ਜਿਹੜਾ ਕਿ ਹਜੇ ਵੀ ਅਧੂਰਾ ਕਰ। ਦੂਸਰਾ, ਉਹਨਾਂ ਨੇ ਸਾਮਰਾਜਵਾਦ ਮੁਰਦਾਬਾਦ ਦਾ ਨਾਰਾ ਦਿੱਤਾ ਸੀਗਾ। ਅੱਜ ਵੀ ਪੂਰੇ ਸੰਸਾਰ ਦੇ ਵਿੱਚ ਜਿਹੜੀਆਂ ਸਾਮਰਾਜੀ ਤਾਕਤਾਂ ਉਹ ਤਰਥੱਲੀ ਮਚਾ ਰਹੀਆਂ। ਸਾਡੇ ਪੰਜਾਬ 'ਚ, ਸਾਡੇ ਭਾਰਤ ਦੇ ਵਿੱਚ ਮਲਟੀਨੈਸ਼ਨਲ ਕੰਪਨੀਆਂ ਨੂੰ ਹਰ ਖੇਤਰ ਦੇ ਵਿੱਚ ਸਰਕਾਰ ਨਿਯੋਤਾ ਦੇ ਚੁੱਕੀ ਹੈ। ਇੱਕ ਵੀ ਇਸ ਤਰ੍ਹਾਂ ਦਾ ਖੇਤਰ ਅਦਾਰਾ ਨਹੀਂ ਹੈਗਾ ਜਿੱਥੇ ਮਲਟੀਨੈਸ਼ਨਲ ਕੰਪਨੀਆਂ ਦਾ ਕਬਜ਼ਾ ਨਾ ਹੋਵੇ। ਜਿਹੜਾ ਖੇਤੀ ਆਰਡੀਨੈਂਸਾਂ ਦੇ ਖਿਲਾਫ ਰੌਲਾ ਪਿਆ ਹੋਇਆ, ਇਹ ਵੀ ਉਹਨਾਂ ਜਿਹੜੇ ਸਾਮਰਾਜੀ ਤਾਕਤਾਂ ਉਹਨਾਂ ਦੀ ਸੇਵਾ ਦੇ ਵਿੱਚ ਹੀ ਇਹ ਜਿਹੜੇ ਖੇਤੀ ਆਰਡੀਨੈਂਸ ਆ ਉਹ ਲਿਆਂਦੇ ਗਏ ਆ। ਔਰ ਇੱਥੇ ਸਾਮਰਾਜਵਾਦ ਮੁਰਦਾਬਾਦ ਦਾ ਨਾਰਾ, ਉਹਨੂੰ ਅੱਜ ਵੀ ਸਾਡੇ ਸਮਾਜ ਨੂੰ ਸਮਝਣ ਦੀ ਲੋੜ ਹੈਗੀ ਹੈ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਕਿ ਭਗਤ ਸਿੰਘ ਦੀ ਵਿਚਾਰਧਾਰਾ ਦੀ ਸਾਰਥਕਤਾ ਹੈ ਪਰ ਅਪਣਾਇਆ ਨਹੀਂ, ਜਾਂ ਅਪਣਾਇਆ ਤਾਂ ਕਿਸ ਤਰੀਕੇ ਨਾਲ ਅਪਣਾਇਆ। ਅੱਜ ਪੰਜਾਬ ਦੇ ਵਿੱਚ ਤੁਸੀਂ ਜਦੋਂ ਖੇਤੀ ਆਰਡੀਨੈਂਸਾਂ ਦੇ ਖਿਲਾਫ ਰੌਲਾ ਪਿਆ ਹੋਇਆ, ਅਸੀਂ ਨਾਰਾ ਲਾਉਂਦੇ ਸੀਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਔਰ ਇਹ ਨਾਰਾ ਸਾਡੇ ਬਹੁਤ ਸੀਮਤ ਘੇਰੇ ਦੇ ਵਿੱਚ ਹੀ ਲੱਗਦਾ ਸੀਗਾ। ਤੇ ਅੱਜ ਸਾਡੇ ਪੰਜਾਬ ਦੇ ਨਾਮੀ ਗਾਇਕ, ਜਿਨ੍ਹਾਂ ਦਾ ਸਾਡੀ ਜਿਹੜੀ ਲੁੱਟੀ ਜਾਂਦੀ ਜਮਾਤ ਦੀ ਪੋਲਿਟਿਕਸ ਨਾਲ ਬਾਹਲਾ ਕੋਈ ਸਰੋਕਾਰ ਨਹੀਂ ਹੈਗਾ, ਉਹ ਅੱਜ ਆਪਦੀ ਫੇਸਬੁੱਕ ਵਾਲ ਤੋਂ ਇਹ ਨਾਰਾ ਲਾ ਰਹੇ ਆ, ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਜਿੱਥੇ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਝੋਨੇ ਦੇ ਰੇਟ ਜਿਹੜੇ ਆ ਉਹ ਤੈਅ ਕਰਨ ਨੂੰ ਲੈ ਕੇ ਪੰਚਾਇਤਾਂ ਮਤੇ ਪਾ ਰਹੀਆਂ ਸੀ। ਮਜ਼ਦੂਰ ਕਹਿ ਰਹੇ ਸੀ ਕਿ ਸਾਨੂੰ ਬਣਦਾ ਰੇਟ ਮਿਲਣਾ ਚਾਹੀਦਾ, ਤੇ ਉਹਨਾਂ ਦੇ ਬਾਈਕਾਟ ਕੀਤੇ ਜਾ ਰਹੇ ਸੀ। ਤੇ ਉੱਥੇ ਸਾਡੇ ਖੇਮੇ ਤੋਂ ਬਾਹਰ ਦਾ ਕੋਈ ਸਿੰਗਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਰਾ ਲਾਉਂਦਾ, ਤਾਂ ਇਹ ਕਿਤੇ ਨਾ ਕਿਤੇ, ਜਿਵੇਂ ਆਪਾਂ ਕਹੀਏ ਕਿ ਪੱਥਰ ਤੇ ਪਾਣੀ ਪੈਂਦਾ ਰਵੇ ਤਾਂ ਉਹ ਵੀ ਖੁਰਨਾ ਸ਼ੁਰੂ ਹੋ ਜਾਂਦਾ। ਇਹ ਪਿਛਲੇ 70-75 ਸਾਲਾਂ ਦੇ ਵਿੱਚ ਸਾਡੇ ਪੰਜਾਬ ਦੀਆਂ, ਸਾਡੇ ਭਾਰਤ ਦੀਆਂ ਜਿਹੜੀਆਂ ਇਨਕਲਾਬੀ ਖੇਮੇ ਦੇ ਲੋਕ ਸੀਗੇ, ਉਹਨਾਂ ਦੀ ਮਿਹਨਤ ਦੇ ਸਦਕਾ, ਕਿ ਸਾਡਾ ਜਿਹੜਾ ਨਾਰਾ ਹੈਗਾ ਹੁਣ ਸੈਂਟਰ ਦੇ ਵਿੱਚ ਆ ਰਿਹਾ। ਦੂਸਰਾ, ਮੇਰਾ ਖਿਆਲ ਹੈ, ਮੈਂ ਜਿਸ ਤਰ੍ਹਾਂ ਪੰਜਾਬ, ਮੇਰਾ ਖਿਆਲ ਹੈ, ਇੱਕ ਮਿੰਟ ਕਰਮਜੀਤ, ਮੈਂ ਤੁਹਾਨੂੰ ਇੱਥੇ ਟੋਕਾਂਗੀ ਕਿ ਸ਼ਾਇਦ ਇੱਕ ਤਾਂ ਲੋਕਾਂ ਦੀ ਮਿਹਨਤ, ਜਿਹੜੀਆਂ ਲੋਕ ਪੱਖੀ ਜਥੇਬੰਦੀਆਂ ਨੇ ਉਹਨਾਂ ਦੀ ਮਿਹਨਤ ਹੈ, ਇਸ ਖੇਮੇ ਦੀ ਮਿਹਨਤ ਹੈ, ਤੇ ਦੂਸਰਾ ਮੇਰਾ ਖਿਆਲ ਹੈ ਜਿਹੜੀਆਂ ਸਰਕਾਰਾਂ ਨੇ ਉਹ ਸ਼ਿਕੰਜਾ ਕੱਸ ਰਹੀਆਂ ਨੇ ਲੋਕਾਂ ਤੇ ਲੋਕਾਂ ਨੂੰ ਹੌਲੀ ਹੌਲੀ ਸਮਝ ਆ ਰਹੀ ਹੈ ਕਿ ਸਾਨੂੰ ਮਜ਼ਦੂਰਾਂ ਨੂੰ ਨਾਲ ਲੈ ਕੇ ਤੁਰਨਾ ਪਏਗਾ। ਕੀ ਮੈਂ ਠੀਕ ਆਖਿਆ? ਜੀ ਬਿਲਕੁਲ ਜੀ। ਜਿਵੇਂ ਭਗਤ ਸਿੰਘ ਹੋਰਾਂ ਨੇ ਵੀ ਕਿਹਾ ਸੀਗਾ ਕਿ ਕੌਮੀ ਤੇ ਕੌਮਾਂਤਰੀ ਪੱਧਰ ਦੀ ਸਿਆਸਤ ਨੂੰ ਸਮਝਣ ਦੀ ਬਹੁਤ ਲੋੜ ਹੈ। ਅਸੀਂ ਆਪਣੇ ਦੇਸ਼ ਹੀ ਨਹੀਂ, ਇਹ ਵੀ ਗੱਲ, ਤੁਹਾਡੀ ਗੱਲ ਠੀਕ ਹੈ ਕਿ ਜਿਹੜੇ ਹਾਕਮ ਆ ਉਹ ਸ਼ਿਕੰਜਾ ਕੱਸ ਰਹੇ ਤੇ ਲੋਕਾਂ ਨੂੰ ਬਾਹਰ ਆਉਣਾ ਪੈ ਰਿਹਾ, ਪਰ ਦੂਸਰੇ ਪਾਸੇ ਇਹਨਾਂ ਦੀ ਤਾਂ ਮਜਬੂਰੀ ਆ, ਪਰ ਇੰਟਰਨੈਸ਼ਨਲ ਪੱਧਰ ਤੇ ਵੀ ਬੜੀ ਉਥਲ-ਪੁਥਲ ਹੋ ਰਹੀ ਹੈ। ਤੁਸੀਂ ਪਿਛਲੇ ਸਮਿਆਂ 'ਚ ਖਾਸ ਕਰਕੇ ਲਾਕਡਾਊਨ ਦੇ ਵਿੱਚ ਤੁਸੀਂ ਵੱਡੇ ਯੂਰਪੀਅਨ ਮੁਲਕਾਂ ਦੇ ਵਿੱਚ ਲੱਖਾਂ ਲੋਕਾਂ ਦੇ ਮੁਜ਼ਾਹਰੇ ਨਿਕਲਦੇ ਵੇਖੇ ਹੋਣਗੇ, ਔਰ ਉਹਨਾਂ ਦੇ ਹੱਥਾਂ ਦੇ ਵਿੱਚ ਲਾਲ ਝੰਡੇ ਵੀ ਦੇਖੇ ਜਾ ਸਕਦੇ ਆ। ਜੀ। ਔਰ ਉਹ ਉਸੇ ਪੋਲਿਟਿਕਸ ਨੂੰ ਸਮਝ ਕੇ ਆਏ ਆ ਕਿ ਜਿਹੜਾ ਇਹ ਪੂੰਜੀਵਾਦੀ ਮਾਡਲ ਆ, ਇਹਦੇ ਵਿੱਚ ਜਿਹੜੀ ਸਿਹਤ ਆ ਉਹਦੇ ਨਾਲ ਇਹਨਾਂ ਨੂੰ ਕੋਈ ਸਰੋਕਾਰ ਨਹੀਂ, ਸਿਰਫ ਇੱਕ ਮੁਨਾਫੇ ਦੀ ਚੀਜ਼ ਆ। ਜਿਸ ਸੰਸਾਰ ਪੱਧਰ ਤੇ ਖੇਤਰ ਦੀ, ਜੀ, ਜਿਹੜਾ ਇੰਟਰਨੈਸ਼ਨਲ ਪੱਧਰ ਤੇ ਇੰਨੀ ਉਥਲ-ਪੁਥਲ ਹੋ ਰਹੀ ਆ, ਲੋਕ ਐਡੀ ਪੱਧਰ ਤੇ ਸੜਕਾਂ ਤੇ ਆ ਰਹੇ ਆ, ਤਾਂ ਉਹਦਾ ਵੀ ਇੱਕ ਪ੍ਰਭਾਵ ਹੈ ਕਿ ਸਾਡੇ ਇੱਥੇ ਵੀ ਉਹਦਾ ਜਿਹੜਾ ਸਿੱਟਾ ਦੇਖਣਾ ਉਹ ਲਾਜ਼ਮੀ ਤੌਰ ਤੇ ਸਾਡੇ ਸਾਹਮਣੇ ਆ। ਪਰ ਦੂਸਰੇ ਪਾਸੇ ਪੰਜਾਬ ਦੇ ਜਿਹੜੇ ਲੋਕ ਆ, ਇਹਨਾਂ ਖੇਤੀ ਆਰਡੀਨੈਂਸਾਂ ਦੇ ਖਿਲਾਫ ਲੜ ਰਹੇ ਆ, ਪਰ ਖੇਤੀ ਆਰਡੀਨੈਂਸਾਂ ਦੇ ਨਾਲ ਹੀ ਨਾਲ ਜਿਹੜੀ ਇਹਦੇ ਪਿੱਛੇ ਪੋਲਿਟਿਕਸ ਕੰਮ ਕਰਦੀ ਆ, ਪੂਰੇ ਸੰਸਾਰ ਨੂੰ ਇੱਕ ਮੰਡੀ ਬਣਾਉਣ ਦੀਆਂ ਗੱਲਾਂ ਹੋ ਰਹੀਆਂ, ਔਰ ਹਰ ਇੱਕ ਮੁਲਕ ਦੀ ਜਿਹੜੀ ਖੇਤੀਬਾੜੀ ਆ ਉਹਦੇ ਉੱਪਰ ਉਹਨਾਂ ਦੀ ਅੱਖ ਸੀਗੀ। ਜਦੋਂ ਇੰਪੀਰੀਅਲਿਸਟ ਕੰਟਰੀਜ਼ ਨੇ ਇਹ ਤੈਅ ਕੀਤਾ ਕਿ ਸਾਡੇ ਮੁਲਕ ਦੀਆਂ FCA ਵਰਗੀਆਂ ਸੰਸਥਾਵਾਂ ਨੂੰ ਖਤਮ ਕੀਤਾ ਜਾਵੇ, ਖਾਦ ਖੁਰਾਕ ਦੀ ਜਿਹੜੀ ਗਰੰਟੀ ਹੈਗੀ ਆ ਸਰਕਾਰ ਵੱਲੋਂ
ਉਹਨੂੰ ਖਤਮ ਕੀਤਾ ਜਾਵੇ ਤਾਂ ਸਾਡੇ ਮੁਲਕ ਦੇ ਜਿਹੜੇ ਹਾਕਮ ਉੱਥੇ ਸਾਈਨ ਕਰਕੇ ਆਏ ਆ, ਔਰ ਉਸੇ ਹੀ ਗੱਲ ਨੂੰ ਅੱਗੇ ਤੋਰਦੇ ਹੋਏ ਇਹ ਜਿਹੜਾ ਪੰਜਾਬ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਲਾਜ਼ਮੀ ਤੌਰ ਤੇ ਇਹ ਗੱਲ ਠੀਕ ਹੈ ਕਿ ਹਾਕਮਾਂ ਨੇ ਜਿਹੜਾ ਸਕੰਜਾ ਕੱਸਿਆ, ਉਹਦੇ ਕਰਕੇ ਵੀ ਲੋਕ ਮਜਬੂਰੀ ਵਸ ਵੀ ਸੜਕਾਂ ਤੇ ਜਿਹੜਾ ਆਏ ਆ। ਪਰ ਜੇ ਅਸੀਂ ਦੇਖੀਏ ਕਿ ਜਿਵੇਂ ਕਿਸੇ ਸਪਰਿੰਗ ਨੂੰ ਜਿੰਨਾ ਅਸੀਂ ਦਬਾਉਂਦੇ ਹਾਂ ਤਾਂ ਉਹ ਓਨਾ ਹੀ ਆਪਦਾ ਜਿਹੜਾ ਜਲਵਾ ਦਿਖਾਉਂਦਾ। ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਪਿਛਲੇ 70-75 ਸਾਲਾਂ 'ਚ, ਔਰ ਦੂਸਰਾ ਖਾਸ ਕਰਕੇ 1991 ਤੋਂ ਬਾਅਦ ਕਾਂਗਰਸ ਤੇ ਬੀਜੇਪੀ ਨੇ ਜਿਵੇਂ ਸਾਮਰਾਜੀ ਕੰਪਨੀਆਂ ਦੇ ਕੋਲੇ ਸਾਡੇ ਲੋਕਾਂ ਦੀ ਲੁੱਟ ਕਰਵਾਉਣ ਵਾਸਤੇ ਨੀਤੀਆਂ ਲਾਗੂ ਕੀਤੀਆਂ, ਜਿੰਨਾ ਉਜਾੜਾ ਲੋਕਾਂ ਦਾ ਕੀਤਾ, ਸਾਡੇ ਮੁਲਕ ਦਾ ਬਿਜਲੀ ਬੋਰਡ ਤੋੜਿਆ। ਜੀ, ਮੁਲਕ ਦਾ ਬਿਜਲੀ ਬੋਰਡ ਤੋੜਿਆ। ਸਾਡੇ ਮੁਲਕ ਦੀਆਂ ਜਿਹੜੀਆਂ ਸਰਕਾਰੀ ਬੱਸਾਂ ਸੀ ਉਹਨੂੰ ਕਿ ਆ ਗਈ ਰੋਡਵੇਜ ਦੀ ਲਾਰੀ, ਨਾ ਕੋਈ ਬੂਹਾ ਨਾ ਕੋਈ ਬਾਰੀ, ਏਦਾਂ ਦੀਆਂ ਗੱਲਾਂ ਕਹਿ ਕੇ ਬਦਨਾਮ ਕਰਕੇ ਉਹਨਾਂ ਨੂੰ ਖਤਮ ਕੀਤਾ। ਬਿਜਲੀ ਮੁਲਾਜ਼ਮ ਰਿਸ਼ਵਤ ਲੈਂਦੇ ਆ, ਸ਼ਰਾਬਾਂ ਪੀ ਕੇ ਪਏ ਰਹਿੰਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਪ੍ਰਚਾਰ ਕੇ ਇਹਨੂੰ ਤੋੜ ਕੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੈਗਾ। ਕੋਈ ਖੇਤਰ ਨਹੀਂ ਬਚਿਆ ਸੀ। ਉਸੇ ਹੀ ਕੁਹਾੜੇ ਨੂੰ ਅੱਗੇ ਤੋੜਦੇ ਹੋਏ ਖੇਤੀ ਨੂੰ ਤਬਾਹ ਕਰਨ ਵਾਸਤੇ, ਖੇਤੀਬਾੜੀ ਨੂੰ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਕੋਲੇ ਗਹਿਣੇ ਰੱਖਣ ਵਾਸਤੇ ਇਹ ਜਿਹੜੇ ਖੇਤੀ ਆਰਡੀਨੈਂਸ ਆ ਸਰਕਾਰ ਲੈ ਕੇ ਆਈ ਆ। ਔਰ ਪੰਜਾਬ ਦੇ ਲੋਕ ਇਸ ਸਿਆਸਤ ਨੂੰ ਵੀ ਸਮਝਣਾ ਉਹਨਾਂ ਨੇ ਸ਼ੁਰੂ ਕਰਤਾ ਹੈਗਾ। ਇੱਕ ਗੱਲ ਜਿਹੜੀ ਤੁਸੀਂ ਪਹਿਲਾਂ ਸਵਾਲ ਕੀਤਾ ਵੀ ਅਸੀਂ ਕਿੱਥੇ ਨਾਕਾਮਯਾਬ ਰਹੇ ਹਾਂ, ਭਗਤ ਸਿੰਘ ਹੋਰਾਂ ਦੀ ਸਾਰਥਕਤਾ ਦੀ ਆਪਾਂ ਗੱਲ ਕਰ ਰਹੇ ਹਾਂ, ਇਸ ਬਾਰੇ ਵੀ ਉਹਨਾਂ ਨੇ ਲਿਖਿਆ ਸੀਗਾ। ਉਹਨਾਂ ਦੀ ਲਿਖਤ ਦੇ ਵਿੱਚ ਹੀ ਇਹ ਜ਼ਿਕਰ ਆ ਕਿ ਸਾਡੇ ਜਿਹੜੇ ਪੰਜਾਬੀ ਹੈਗੇ ਆ ਉਹ ਸਿਆਸੀ ਤੌਰ ਤੇ ਨਖਿੱਧ ਆ। ਇਹ ਪੱਟਾਂ ਦੀਆਂ, ਡੌਲਿਆਂ ਦੀਆਂ, ਜ਼ੋਰ ਦੀਆਂ, ਸਰੀਰਕ ਤੰਦਰੁਸਤੀ ਦੀਆਂ, ਜ਼ੋਰ ਦੀਆਂ ਗੱਲਾਂ ਬਹੁਤ ਕਰਦੇ ਆ, ਪਰ ਸਿਆਸੀ ਤੌਰ ਤੇ ਅਸੀਂ ਕਿਸੇ ਨਾ ਕਿਤੇ ਨਖਿੱਧ ਹੈਗੇ ਆ। ਅੱਜ ਪੰਜਾਬ ਦੇ ਵਿੱਚ ਦਿਮਾਗੀ ਤੌਰ ਤੇ ਅਸੀਂ ਆਪਣੇ ਆਪ ਨੂੰ ਚੁਸਤ ਦਰੁਸਤ ਨਹੀਂ ਕਰ ਰਹੇ, ਯਾਨੀ ਕਿ ਦਿਮਾਗੀ ਤੌਰ ਤੇ ਅਸੀਂ ਆਪਣੇ ਆਪ ਨੂੰ ਚੁਸਤ ਦਰੁਸਤ ਨਹੀਂ ਕਰ ਰਹੇ, ਅਸੀਂ ਦੁਨੀਆ ਤੇ ਬਾਜ਼ ਅੱਖ ਨਹੀਂ ਰੱਖ ਰਹੇ। ਜੀ ਬਿਲਕੁਲ, ਇਹ ਕਿਤੇ ਨਾ ਕਿਤੇ ਇੱਕ ਕਾਰਨ ਹੈਗਾ ਜਿਹੜਾ ਕੰਮ ਕਰਦਾ। ਪਰ ਕੋਈ ਵੀ ਜਿਹੜਾ ਸੱਚ ਅੰਤਮ ਸੱਚ ਨਹੀਂ ਹੁੰਦਾ ਗਾ। ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਭਗਤ ਸਿੰਘ ਹੋਰਾਂ ਦੀ ਜਿਹੜੀ ਇਹ ਗੱਲ ਹੈਗੀ ਆ, ਅਸੀਂ ਤਾਂ ਚਾਹਾਂਗੇ ਕਿ ਭਗਤ ਸਿੰਘ ਦੀ ਇਹ ਗੱਲ ਝੂਠੀ ਸਾਬਤ ਹੋਵੇ। ਪੰਜਾਬ ਦੇ ਲੋਕ ਬਿਲਕੁਲ ਉਲਟ ਕਰਕੇ ਦਿਖਾਉਣ, ਸਿਆਸੀ ਤੌਰ ਤੇ ਵੀ ਚੇਤਨ ਹੋਣ, ਔਰ ਇੰਟਰਨੈਸ਼ਨਲ ਪੱਧਰ ਦੀ ਸਿਆਸਤ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਨ। ਪੰਜਾਬ ਦੇ ਵਿੱਚ ਜਿਹੜੀਆਂ ਰੰਗ ਬਰੰਗੀਆਂ ਹੋਰ ਪਾਰਟੀਆਂ ਹੈਗੀਆਂ, ਠੀਕ ਆ ਕਿ ਲੋਕ ਉਹਨਾਂ ਦੇ ਪਿੱਛੇ ਹੇੜਾ ਬਣ ਕੇ ਜਾ ਰਹੇ ਆ, ਪਰ ਪਹਿਲੀ ਵਾਰੀ ਆ ਕਿ ਕਿਸੇ ਖਹਿਰੇ ਨੂੰ, ਕਿਸੇ ਆਮ ਆਦਮੀ ਪਾਰਟੀ ਨੂੰ ਜਾਂ ਕਿਸੇ ਹੋਰ ਰੰਗ ਬਰੰਗੀ ਪਾਰਟੀ ਦੇ ਝੰਡੇ ਹੇਠ ਜਾਣ ਦੀ ਬਜਾਏ ਜਵਾਨੀ ਦੇ ਮੋਢਿਆਂ ਤੇ ਕਿਸਾਨ ਯੂਨੀਅਨ ਦੇ ਝੰਡੇ ਦੇਖੇ ਜਾ ਸਕਦੇ ਆ। ਇਹ ਪੰਜਾਬ ਦੀ ਅੱਜ ਦੀ ਹਕੀਕਤ ਆ, ਮੂੰਹ ਬੋਲਦੀ ਤਸਵੀਰ ਆ। ਤੁਹਾਡੇ ਨਾਲ ਇਹ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਇੱਕ ਮੀਟਿੰਗ ਦੇ ਵਿੱਚ ਸੀਗੇ। ਇਹ ਜਿੱਥੇ ਮੀਟਿੰਗ ਸੀ ਉਸ ਪਿੰਡ ਦੇ ਨੌਜਵਾਨ, ਜਿੱਥੋਂ ਪਹਿਲਾਂ ਕੋਈ ਅੱਧੀ ਟਰਾਲੀ ਨਹੀਂ ਭਰ ਕੇ ਜਾਂਦੀ ਸੀ ਧਰਨੇ ਤੇ, ਨੌਜਵਾਨਾਂ ਦੀਆਂ 10 ਟਰਾਲੀਆਂ ਧਰਨੇ ਤੇ ਜਾ ਕੇ ਆਈਆਂ ਕੱਲ 25 ਤਰੀਕ ਦੇ ਬੰਦ 'ਚ ਸ਼ਾਮਲ ਹੋਈਆਂ। ਇਹ ਇੱਕ ਲਹਿਰ ਆ। ਬਿਲਕੁਲ ਜੀ ਬਿਲਕੁਲ, ਇਹ ਇੱਕ ਲਹਿਰ ਆ। ਔਰ ਮਤਲਬ ਸਾਰੀਆਂ ਕਸਰਾਂ ਪੰਜਾਬ ਦੀ ਜਵਾਨੀ ਨੇ ਕੱਢਤੀਆਂ। ਜਿੱਥੇ ਜਿੱਥੇ ਜਾਮ ਲੱਗੇ ਆ ਉਹਨਾਂ ਦੇ ਵਿੱਚ ਲੰਗਰ, ਪਾਣੀ, ਹੋਰ ਜਿੰਨੀ ਵੀ ਤਰ੍ਹਾਂ ਦੀ ਲੋੜ ਸੀਗੀ ਉਹ ਸਾਰੀ ਨੌਜਵਾਨਾਂ ਨੇ ਪੂਰੀ ਕੀਤੀ ਆ। ਕਿਸੇ ਨੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਲਾਈ ਗਈ। ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਨੇ ਸਾਰੀਆਂ ਡਿਊਟੀਆਂ ਜਿਹੜੀਆਂ ਨਿਭਾਈਆਂ। ਔਰ ਜੇ ਇਸ ਮੁਲਕ ਦੇ ਹਾਕਮ ਵਜ਼ੀਰੀਆਂ ਤੋਂ ਅਸਤੀਫਾ ਦੇ ਰਹੇ ਆ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਲਈ ਮਜਬੂਰ ਕੀਤਾ। ਜਿਹੜੇ ਵਜ਼ੀਰੀ 'ਚ ਬੈਠੇ, ਜੂਨ ਦੀ ਗੱਲ ਚੱਲ ਰਹੀ ਆਰਡੀਨੈਂਸਾਂ ਦੀ, ਤੇ ਵਜ਼ੀਰੀ ਤੋਂ ਅਸਤੀਫਾ ਉਹ ਅੱਜ ਦੇ ਰਹੇ ਆ। ਗੱਲ ਨੂੰ ਉਡੀਕ ਰਹੇ ਸੀ ਕਿ ਦੇਖੀਏ ਲੋਕਾਂ ਦੀ ਨਬਜ਼ ਟਟੋਲ ਕੇ ਕਿ ਕਿੰਨਾ ਕੁ ਅਖਰੋਸ਼ ਇਹਨਾਂ ਦਾ ਸਾਹਮਣੇ ਆਉਂਦਾ। ਤੇ ਅੱਜ ਜਦੋਂ ਲੋਕਾਂ ਨੇ ਸਾਰੇ ਰਿਕਾਰਡ ਤੋੜਤੇ ਆ ਇਕੱਠਾਂ ਦੇ, ਲੋਕਾਂ ਨੇ ਆਪਦੇ ਕੱਪੜੇ, ਦਵਾਈਆਂ, ਸਾਰਾ ਕੁਝ ਨਾਲ ਬੰਨ ਲਿਆ ਕਿ ਜਿੰਨਾ ਸਮਾਂ ਆਰਡੀਨੈਂਸ ਰੱਦ ਨਹੀਂ ਹੁੰਦੇ ਉਹਨਾਂ ਸਮਾਂ ਡੰਡੇ 'ਚ ਝੰਡਾ ਸੀ ਪਾ ਕੇ ਰੱਖਣਾ। ਇਸ ਗੱਲ ਨੇ ਮਜਬੂਰ ਕੀਤਾ ਉਹਨਾਂ ਨੂੰ ਵਜ਼ੀਰੀਆਂ ਤੋਂ ਅਸਤੀਫਾ ਦੇਣ ਵਾਸਤੇ। ਔਰ ਇਹ ਹਮੇਸ਼ਾ ਹੁੰਦਾ ਆਇਆ। ਵਜ਼ੀਰੀ ਇਸ ਕਰਕੇ ਵੀ ਅਸਤੀਫਾ ਦਿੱਤਾ ਕਿਉਂਕਿ ਨਰਮਾ ਪੱਟੀ ਦਾ ਜਦੋਂ ਰੌਲਾ ਪਿਆ, ਤੋਤਾ ਸਿੰਘ ਨੇ ਪੈਸੇ ਖਾਧੇ ਤੇ ਕਿਸਾਨਾਂ ਦਾ ਉਜਾੜਾ ਕੀਤਾ। ਉਸ ਉਜਾੜੇ ਦੇ ਖਿਲਾਫ ਵੀ ਇਸੇ ਤਰ੍ਹਾਂ ਦਾ ਅੰਦੋਲਨ ਪੰਜਾਬ 'ਚ ਉੱਠਿਆ ਸੀਗਾ। ਤੇ ਸਾਡੀ ਹਕੂਮਤ ਨੇ ਸ਼ਰਮਨਾਕ ਕਰਤੂਤ ਕੀ ਕੀਤੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਸੀਗੀ। ਕਿਸਾਨੀ ਘੋਲ ਨੂੰ ਮੱਠਾ ਕਰਨ ਵਾਸਤੇ ਇਹਨਾਂ ਨੇ ਪੰਨੇ ਪਾਟੇ ਸਨ। ਬਿਲਕੁਲ, ਜਿਹੜੀ ਆਪਾਂ ਮਿਹਨਤ ਦੀ ਗੱਲ ਕੀਤੀ ਇਨਕਲਾਬੀ ਖੇਮਿਆਂ ਦੀ, ਉਹ ਉਹਨਾਂ ਦੇ ਸਦਕੇ ਜਾਈਏ ਕਿ ਜੇ ਰਾਮ ਮੰਦਿਰ ਉਸਾਰਨ ਦੀਆਂ ਗੱਲਾਂ ਹੁੰਦੀਆਂ ਸੀ ਤੇ ਇੱਥੇ ਲਾਲ ਝੰਡੇ ਵਾਲੇ ਮੁਜ਼ਾਹਰੇ ਕੱਢਦੇ ਸੀਗੇ। ਗਾਂ ਦੇ ਨਾਮ ਤੇ ਹੱਤਿਆਵਾਂ ਹੁੰਦੀਆਂ ਸੀਗੀਆਂ ਤਾਂ ਕੋਈ ਕਿਸੇ ਕਸਬੇ 'ਚ ਭਾਵੇਂ 15 ਭਾਵੇਂ 20 ਆ,
ਬੋਤਾ ਸਿੰਘ ਤੇ ਗਰਜਾ ਸਿੰਘ ਵਾਲੀ ਵਿਰਾਸਤ ਨੂੰ ਅੱਗੇ ਤੋਰਦੇ ਹੋਏ ਉਹਨਾਂ ਨਾਲ ਵੀ ਮੁਜ਼ਾਹਰੇ ਕੀਤੇ, ਆਪਦਾ ਵਿਰੋਧ ਦਰਜ ਕਰਵਾਇਆ ਫਿਰਕਾ ਪ੍ਰਸਤੀ ਦੇ ਖਿਲਾਫ। ਤੇ ਅੱਜ ਜੀ ਸ੍ਰੀ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪੜਵਾ ਕੇ ਕੋਈ ਹਰਕਤ ਕਰਨਾ ਹਾਕਮਾਂ ਦੇ ਵੱਸ ਦੀ ਗੱਲ ਨਹੀਂ ਰਹੇਗੀ। ਇਹ ਸਦਕੇ ਜਾਈਏ ਪੰਜਾਬ ਬਿਲਕੁਲ। ਦੇ ਲੋਕਾਂ ਦੇ, ਪੰਜਾਬੀਆਂ ਦੇ, ਜਿਨ੍ਹਾਂ ਨੇ ਏਕਤਾ ਦਾ ਸਬੂਤ ਦਿੱਤਾ ਧਰਨਿਆਂ ਦੇ ਵਿੱਚ, ਤੇ ਅੱਜ ਇਹਨਾਂ ਦੇ ਵੱਸ ਦੀ ਗੱਲ ਨਹੀਂ ਰਹੀ। ਹੁਣ ਅਖੀਰਲਾ ਦਾਅ ਤੇ ਬਚਿਆ ਸੀਗਾ ਵਜ਼ੀਰੀ ਤੋਂ ਅਸਤੀਫਾ ਦੇ ਕੇ, ਲੋਕਾਂ ਦੀ ਅੱਖੀ ਘੱਟਾ ਪਾਓ, ਉਹ ਸਾਡੇ ਸਾਹਮਣੇ ਆ, ਪਰ ਲੋਕ ਇਹਨਾਂ ਨੂੰ ਨਕਾਰ ਚੁੱਕੇ ਆ। ਜਿੱਥੇ ਜਿੱਥੇ ਧਰਨਿਆਂ 'ਚ ਆ ਕੇ ਬੋਲਣ ਦੀ ਕੋਸ਼ਿਸ਼ ਕੀਤੀ, ਨੌਜਵਾਨਾਂ ਨੇ ਚੰਗੀ ਖੰਡ ਪਾਈ, ਇਹਨਾਂ ਨੂੰ ਵਾਪਸ ਮੋੜਿਆ। ਕੋਈ ਅਕਾਲੀ, ਕੋਈ ਕਾਂਗਰਸੀ, ਕੋਈ ਰੰਗ ਬਿਰੰਗੀ ਪਾਰਟੀ ਦਾ ਬੰਦਾ ਉਹਨਾਂ ਨੇ ਧਰਨਿਆਂ ਦੇ ਨੇੜੇ ਨਹੀਂ ਆਉਣ ਦਿੱਤਾ। ਹਾਂ, ਇੱਕ ਜੀ ਇਹ ਹਾਸਾ ਪੈਂਦਾ ਰਿਹਾ ਕੱਲ ਸਾਰਾ ਦਿਨ ਸੋਸ਼ਲ ਮੀਡੀਆ ਤੇ ਕਿ ਅਕਾਲੀ ਵਰਕਰ ਇਸ ਗੱਲੋਂ ਭੰਬਲ ਭੂਸੇ 'ਚ ਰਹੇ ਕਿ ਉਹ ਨਾਅਰੇ ਕਿਹਦੇ ਵਿਰੁੱਧ ਲਾਉਣ, ਮੋਦੀ ਦੇ ਵਿਰੁੱਧ ਜਿਨ੍ਹਾਂ ਨੂੰ ਅਕਾਲੀ ਦਲ ਹਮਾਇਤ ਦੇ ਰਿਹਾ ਹੈ, ਜਾਂ ਪੰਜਾਬ ਜੀ ਵਿੱਚ ਅਮਰਿੰਦਰ ਦੇ ਵਿਰੁੱਧ, ਪੰਜਾਬ ਦੇ ਮੁੱਖ ਮੰਤਰੀ ਦੇ ਵਿਰੁੱਧ, ਜਦੋਂ ਕਿ ਉਹਦਾ ਆਰਡੀਨੈਂਸ ਜੀ ਬਣਾਉਣ 'ਚ ਉਵੇਂ ਸਿੱਧਾ ਹੱਥ ਨਹੀਂ ਹੈ। ਸਹਿਮਤੀ, ਮੂਕ ਹੂੰ ਸਹਿਮਤੀ ਹੈ। ਪਰ ਹੁਣ ਚਲਦੇ ਚਲਦੇ ਜੀ ਕਰਮਜੀਤ, ਮੇਰਾ ਇਹ ਸਵਾਲ ਹੈ ਕਿ ਹੂੰ ਹੁਣ ਜਦੋਂ ਨੌਜਵਾਨ ਵਰਗ ਵੀ ਤੁਰ ਪਿਆ ਹੈ, ਤੇ ਭਗਤ ਸਿੰਘ ਹੋਰਾਂ ਦੀ ਹੂੰ ਵਿਰਾਸਤ ਇਹ ਸੀ, ਭਗਤ ਸਿੰਘ ਹੋਰਾਂ ਦਾ ਕਹਿਣਾ ਇਹ ਸੀ ਕਿ ਸਾਡੇ ਵਿੱਚ ਜਾਤ ਪਾਤ ਦੀਆਂ ਵੰਡੀਆਂ ਨਹੀਂ ਹੋਣੀਆਂ ਚਾਹੀਦੀਆਂ, ਅਸੀਂ ਹਰ ਵੇਲੇ ਸੁਚੇਤ ਰਹਿਣਾ, ਅਸੀਂ ਸਾਹਮਣੇ ਦੇ ਲੋਕਾਂ ਦੀਆਂ ਜਿਹੜੀਆਂ ਸਿਆਸੀ ਲੋਕ ਨੇ ਜਾਂ ਕੌਮਾਂਤਰੀ ਪੱਧਰ ਤੇ ਜਿਹੜੇ ਕਾਬਜ਼ ਨੇ ਆਰਥਿਕ ਸਾਧਨਾਂ ਤੇ, ਅਸੀਂ ਉਹਨਾਂ ਦੀਆਂ ਲੂੰਬੜ ਚਾਲਾਂ ਨੂੰ ਵੀ ਸਮਝਣਾ ਹੈ। ਤੇ ਤੁਸੀਂ ਮੰਨਦੇ ਹੋ ਕਿ ਹੂੰ ਇਸ ਵੇਲੇ ਜਦੋਂ ਪੰਜਾਬ, ਖਾਸ ਤੌਰ ਤੇ ਪੰਜਾਬ, ਹਰਿਆਣਾ ਤੇ ਯੂਪੀ ਦਾ ਕੁਝ ਹਿੱਸੇ, ਖੇਤੀ ਕਰਦੇ ਹਿੱਸੇ, ਹਨਾ, ਹੂੰ ਭਾਰਤ ਦਾ ਪੂਰੇ ਦਾ ਕਿਸਾਨ ਹੈ ਜਿਹੜਾ ਮਤਲਬ ਸੰਕਟ ਵਿੱਚ ਹੈ, ਕਿਸਾਨ ਦੇ ਨਾਲ ਨਾਲ ਮਜ਼ਦੂਰ ਤੇ ਬਾਕੀ ਲੋਕ, ਆਮ ਲੋਕ ਵੀ ਸੰਕਟ ਵਿੱਚ ਨੇ, ਤੇ ਤੁਹਾਨੂੰ ਲੱਗਦਾ ਹੈ ਕਿ ਹੂੰ ਜਾਤ ਪਾਤ, ਧਰਮ ਦੇ ਜਿਹੜੇ ਵਖਰੇਵੇਂ ਨੇ, ਰੰਗ ਨਸਲ ਦੇ ਭੇਦ ਨੇ, ਭੇਦਭਾਵ ਹੈ, ਹੂੰ ਤੇ ਇਹ ਥੋੜਾ ਜਿਹਾ ਖਤਮ ਹੋ ਹੂੰ ਕੇ ਜਿਹੜੇ ਕਿਰਤੀ ਲੋਕ ਨੇ ਉਹ ਸੱਚੀ ਇਕਜੁੱਟ ਹੋ ਜਾਣਗੇ? ਹੂੰ ਬਿਲਕੁਲ, ਭਗਤ ਸਿੰਘ ਹੋਰਾਂ ਨੇ ਖੁਦ ਇਹ ਗੱਲ ਲਿਖੀ ਆ, ਔਰ ਕਹਿਣੀ ਤੇ ਕਰਨੀ 'ਚ ਸਾਡਾ ਸ਼ਹੀਦ ਵੀ ਇੱਕ ਸੀਗਾ। ਭਗਤ ਸਿੰਘ ਦਾ ਇੱਕ ਲੇਖ ਆ ਜੀ ਅਛੂਤ ਦਾ ਸਵਾਲ, ਜਿਹਦੇ ਵਿੱਚ ਉਹਨਾਂ ਨੇ ਜੀ। ਜਾਤ ਪਾਤ ਤੇ ਕਟਾਕਸ਼ ਕੀਤਾ, ਕਿਹਾ ਕਿ ਹਮ ਕੁਦਰਤੀ ਤੌਰ ਤੇ ਸਾਰੇ ਮਨੁੱਖ ਜੇ ਬਰਾਬਰ ਆ ਤਾਂ ਇੱਕ ਮਨੁੱਖ ਨਾਲ ਹੀ ਜਾਤ ਦੇ ਨਾਂ ਤੇ ਭੇਦਭਾਵ ਕਿਉਂ ਕਰਦਾ। ਭਗਤ ਸਿੰਘ ਜਦੋਂ ਜੇਲ੍ਹ 'ਚ ਹਮ ਸੀਗੇ ਤੇ ਉਹਨਾਂ ਦੀ ਬੈਰਕ ਦੇ ਹਮ ਵਿੱਚ ਸਾਫ਼ ਸਫਾਈ ਦਾ ਕੰਮ ਇੱਕ ਬੋਗਾ ਨਾਂ ਦਾ ਕਰਮਚਾਰੀ ਕਰਦਾ ਸੀ, ਤੇ ਭਗਤ ਸਿੰਘ ਅਕਸਰ ਉਹਨਾਂ ਜੀ ਨੂੰ ਜੀ। ਬੇਬੇ ਕਿਹਾ ਕਰਦਾ ਸੀਗਾ। ਤੇ ਇਹ ਗੱਲ ਅੱਛਾ। ਜਦੋਂ ਬਾਅਦ ਵਿੱਚ ਸਾਹਮਣੇ ਆਈ, ਤਾਂ ਇਸ ਗੱਲ ਦਾ ਕਹਿੰਦੇ ਭਗਤ ਸਿੰਘ ਨੇ ਜਵਾਬ ਇਹ ਦਿੱਤਾ ਸੀਗਾ ਕਿ ਜਦੋਂ ਮੈਂ ਛੋਟਾ ਸੀ, ਬਚਪਨ ਦੇ ਵਿੱਚ ਬੱਚਿਆਂ ਦੀ ਦੇਖਭਾਲ, ਉਹਨਾਂ ਦਾ ਸਾਫ਼ ਸਫਾਈ ਕਰਨੀ, ਇਹ ਸਾਰੇ ਕੰਮ ਮਾਂ ਕਰਦੀ ਹੈ, ਤੇ ਜੇਲ੍ਹ ਦੇ ਵਿੱਚ ਮਾਂ ਇਹੀ ਕਰਦੀ ਕੰਮ ਹੈ। ਮੇਰੇ ਵਾਸਤੇ ਬੰਦਾ ਕਰ ਰਿਹਾ, ਇਸ ਕਰਕੇ ਮੈਂ ਇਹਨੂੰ ਬੇਬੇ ਕਹਿਣਾ। ਪਰ ਇਸੇ ਹਮ ਗੱਲ ਤੋਂ ਸੁਚੇਤ ਕਰਦੇ ਹੋਏ ਉਹਨਾਂ ਨੇ ਅਛੂਤ ਦਾ ਸਵਾਲ ਲੇਖ ਲਿਖਿਆ ਸੀਗਾ। ਜੇ ਉਹਨਾਂ ਦੇ ਹਮ ਲੇਖ ਦੀ ਅੱਜ ਅਸੀਂ ਸਾਰਥਕਤਾ ਦੀ ਗੱਲ ਕਰ ਲਈਏ, ਤੇ ਪੰਜਾਬ ਦੇ ਹਮ ਵਿੱਚ ਇਸੇ ਜਾਤ ਪਾਤ ਦੇ ਭੇਦਭਾਵ ਨੂੰ ਖਤਮ ਕਰਨ ਵਾਸਤੇ ਸੰਗਰੂਰ ਪਿੰਡ ਦੇ ਵਿੱਚ ਹਮ ਇੱਕ ਬਹੁਤ ਚੰਗੀ ਸਟਰਗਲ ਚੱਲ ਰਹੀ ਹੈ। ਜਿਹੜਾ ਐਸੀ ਹਮ ਭਾਈਚਾਰਾ ਉਹ ਦਲਿਤ ਆ, ਉਹ ਆਪਦੇ ਹਿੱਸੇ ਦੀ ਜ਼ਮੀਨ, ਜਿਹੜਾ ਤੀਜਾ ਹਿੱਸਾ, ਉਹ ਲੈਣ ਵਾਸਤੇ, ਤੇ ਬਾਕੀ ਸ਼ਾਮਲਾਟ, ਬਾਈ ਦੀ ਜਿਹੜੀ ਪਿੰਡਾਂ ਦੀ ਜ਼ਮੀਨ ਆ, ਸ਼ਾਮਲਾਟ ਚੋਂ। ਹਮ ਪੰਚਾਇਤੀ ਜ਼ਮੀਨਾਂ ਹੈਗੀਆਂ, ਤੇ ਬਾਕੀ ਜਿਹੜੀ ਬਾਈ ਦੀ ਹਮ ਜ਼ਮੀਨ ਆ, ਉਹ ਪਿੰਡਾਂ ਦੀ ਜਿਹੜੀ ਛੋਟੀ ਕਿਸਾਨੀ ਆ, ਉਹਨਾਂ ਵਾਸਤੇ ਰਾਖਵੀਂ ਰੱਖਣ ਵਾਸਤੇ ਅੰਦੋਲਨ ਚੱਲ ਰਿਹਾ। ਤੇ ਜਦੋਂ ਉਹਨਾਂ ਦਾ ਸਿਖਰ ਤੇ ਹਮ ਪਹੁੰਚਿਆ ਅੰਦੋਲਨ, ਤਾਂ ਪੰਜਾਬ ਦੀ ਜਿਹੜੀ ਕਿਸਾਨੀ ਆ, ਉਹ ਵੀ ਉਹਨਾਂ ਨਾਲ ਮੋਢਾ ਲਾ ਕੇ ਖੜੀ ਆ। ਅਹ ਇਹ ਹਮ ਠੀਕ ਹੈ ਕਿ ਸਮੇਂ-ਸਮੇਂ ਤੇ ਜਿਹੜੀਆਂ ਇਹ ਵੋਟ ਬਟੋਰੂ ਪਾਰਟੀਆਂ ਇਸ ਨਫ਼ਰਤ ਨੂੰ ਵਧਾਉਣ ਦੀ ਕੋਸ਼ਿਸ਼ ਕਰਦੀਆਂ, ਅੱਜ ਵੀ ਕੋਸ਼ਿਸ਼ਾਂ ਹੋ ਹਮ ਰਹੀਆਂ। ਪਿਛਲੇ ਸਮੇਂ ਝੋਨੇ ਦਾ ਜਿਹੜਾ ਰੌਲਾ ਪਿਆ, ਅੱਜ ਵੀ ਕਿਸਾਨ ਹਮ ਮਜ਼ਦੂਰ ਏਕਤਾ ਨੂੰ ਖਤਮ ਕਰਨ ਵਾਸਤੇ ਅੰਦਰ ਹੀ ਅੰਦਰ ਇਹ ਗੱਲ ਰਿੱਝ ਰਹੀ ਆ। ਜਿਹੜੇ ਸ਼ੰਭੂ ਬਾਰਡਰ ਤੇ ਜਾ ਕੇ ਟਰੈਕਟਰ ਫੂਕ ਕੇ ਆਏ ਆ, ਜਿਹੜੇ ਥਾਂ-ਥਾਂ ਤੇ ਜਾ ਹਮ ਕੇ ਕਿਸਾਨ ਜਥੇਬੰਦੀਆਂ ਤੋਂ ਅਲੱਗ ਖੱਪ ਪਾ ਰਹੇ ਆ ਖੇਤੀ ਆਰਡੀਨੈਂਸਾਂ ਦੇ ਖਿਲਾਫ ਸੰਘਰਸ਼ ਕਰਨ ਦੇ ਨਾਮ ਤੇ, ਉਹ ਅੱਜ ਵੀ ਬਾਜ਼ ਅੱਖ ਰੱਖ ਰਹੇ ਕਿ ਕਿਤੇ ਨਾ ਕਿਤੇ ਇੱਕ ਸਪੇਸ ਮਿਲ ਜੇ ਤੇ ਅਸੀਂ ਪੰਜਾਬ ਦੀ ਫਿਜ਼ਾ ਨੂੰ ਲਾਂਬੂ ਲਾ ਦਈਏ। ਪਰ ਹਮ ਅੱਜ ਫਿਰ ਭਗਤ ਸਿੰਘ ਦੇ ਉਸ ਲੇਖ ਨੂੰ ਚੱਕ ਕੇ ਪੜ੍ਹਨ ਦੀ ਲੋੜ ਆ, ਅਛੂਤ ਦਾ ਸਵਾਲ ਪੜ੍ਹਨ ਦੀ ਲੋੜ ਆ। ਅਸੀਂ ਕਹਾਂਗੇ ਇਕੱਲਾ ਅਛੂਤ ਦਾ ਸਵਾਲ ਹੀ ਨਹੀਂ, ਉਹਦਾ ਅਛੂਤ ਦਾ ਸਵਾਲ ਤਾਂ ਇੱਕ ਮਾਰਗਦਰਸ਼ਨ ਆ। ਉਸ ਦਿਸ਼ਾ ਦੇ ਵਿੱਚ ਸਾਨੂੰ ਪੜ੍ਹਨ ਦੀ, ਲਿਖਣ ਦੀ, ਸਮਝਣ ਦੀ, ਵਿਚਾਰਨ ਦੀ ਲੋੜ ਆ। ਔਰ ਇਸ ਜਾਤ ਪਾਤ ਦੇ ਖਿਲਾਫ ਜਿਹੜੀ ਬਾਕੀ ਸੂਬਿਆਂ ਦੇ ਮੁਕਾਬਲਤਨ ਸਾਡੇ ਪੰਜਾਬ 'ਚ ਠੀਕ ਆ, ਜਿਹੜੀ ਆ ਉਹ ਘੱਟ ਹੈਗੀ ਆ, ਪਰ ਇਹਨੂੰ ਖਤਮ ਕਰਨ ਵਾਸਤੇ, ਇਹਦੇ ਖਿਲਾਫ ਲੜਨ ਵਾਸਤੇ ਵੀ ਸਾਡੇ ਸਾਹਮਣੇ ਜਿਹੜੀ ਉਹ ਵੱਡੀ ਲੋੜ ਪਈ ਆ। ਇਹਦੇ ਖਿਲਾਫ ਵੀ ਸੰਘਰਸ਼ ਕੀਤਾ ਜਾਣਾ ਚਾਹੀਦਾ। ਜੀ ਜੀ ਜੀ। ਜਿਸ ਤਰ੍ਹਾਂ ਇਸ ਵੇਲੇ ਪੰਜਾਬ ਵਿੱਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਤੇ ਦੇ ਵਿੱਚ ਨੌਜਵਾਨ ਸ਼ਾਮਲ ਹੋ ਰਿਹਾ ਹੈ, ਉਹ
ਬਹੁਤ ਚੰਗਾ ਸ਼ਗਨ ਹੈ। ਤੇ ਜਿਸ ਤਰ੍ਹਾਂ ਕਿਸਾਨ ਲੀਡਰ ਵੀ ਕਹਿੰਦੇ ਨੇ ਕਿ ਪਹਿਲਾਂ ਪਿੰਡਾਂ ਵਿੱਚ 20 ਦਿਨ ਇਹਨਾਂ ਦੀ ਸਿਖਲਾਈ ਕੀਤੀ ਗਈ, ਟ੍ਰੇਨਿੰਗ ਦਿੱਤੀ ਗਈ ਕਿ ਕਿਤੇ ਵੀ ਕਿਸੇ ਨੂੰ ਜੋ ਇੱਕ ਲੰਪਨ ਐਲੀਮੈਂਟ ਹੁੰਦਾ ਸਮਾਜ ਦਾ, ਜਾਂ ਆਪਾਂ ਤਾਂ ਇਹਨਾਂ ਨੂੰ ਸਿਆਸੀ ਪਾਰਟੀਆਂ ਹੀ ਮੰਨ ਕੇ ਚੱਲੀਏ ਕਿ ਸਿਆਸੀ ਪਾਰਟੀਆਂ ਨੇ ਜਿਹੜਾ ਖਦੇੜਨਾ ਹੁੰਦਾ ਲੋਕ ਸ਼ਕਤੀ ਨੂੰ, ਕਿ ਉਹਨਾਂ ਨੂੰ ਬਿਲਕੁਲ ਹੀ ਗੁੰਜਾਇਸ਼ ਨਾ ਰਹਿਣ ਦਿੱਤੀ ਜਾਵੇ। ਤੁਸੀਂ ਜਿਸ ਤਰ੍ਹਾਂ ਆਖਿਆ ਕਿ ਕਿਤੇ ਵੀ ਸਪੇਸ ਨਹੀਂ ਦੇ ਰਿਹਾ ਨੌਜਵਾਨ ਵਰਗ ਅਤੇ ਸਾਡੇ ਕਿਰਤੀ ਲੋਕ, ਤੇ ਇਹ ਚੰਗਾ ਸ਼ਗਨ ਹੈ। ਇਸ ਵੇਲੇ ਸ਼ਾਇਦ ਅਸੀਂ ਭਗਤ ਸਿੰਘ ਦੇ ਹੀ ਨਾਲ ਕਿਧਰੇ ਵਿਚਰ ਰਹੇ ਹਾਂ। ਪੰਜਾਬ ਕੀ ਪੂਰਾ ਮੁਲਕ ਇਸ ਵੇਲੇ ਭਗਤ ਸਿੰਘ ਦੀ ਵਿਚਾਰਧਾਰਾ ਦੇ ਨਾਲ ਚੱਲ ਰਿਹਾ, ਤੇ ਆਪਾਂ ਆਸ ਰੱਖੀਏ ਕਿ ਇਹ ਇਕਜੁੱਟ ਰਹਿਣਗੇ ਲੋਕਾਂ ਦੀ ਰੋਟੀ ਰੋਜ਼ੀ ਬਚਾਉਣ ਲਈ, ਲੋਕਾਂ ਦੀ ਡਿਗਨਿਟੀ, ਮਰਿਆਦਾ, ਮਾਣ ਮਰਿਆਦਾ ਬਚਾਉਣ ਲਈ ਇਕਜੁੱਟ ਰਹਿਣਗੇ। ਕਰਮਜੀਤ ਮਾਣੂਕੇ ਜੀ, ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ। ਅੱਗੇ ਤੋਂ ਵੀ ਆਪਾਂ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਤਦ ਤੱਕ ਲਈ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਮਿਹਰਬਾਨੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਤੁਸੀਂ ਟੀਵੀ ਪੰਜਾਬ ਦੇਖਦੇ ਰਹੋ। ਅਸੀਂ ਹਰ ਤਰ੍ਹਾਂ ਦੀਆਂ ਖਬਰਾਂ ਨਾਲ ਤੁਹਾਨੂੰ ਅਪ ਟੂ ਡੇਟ ਰੱਖਾਂਗੇ, ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਸਾਡੀਆਂ ਵੀਡੀਓਜ਼ ਅੱਗੇ ਸ਼ੇਅਰ ਕਰੋ ਜੀ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਉਹਦਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।